ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਭਗਤ ਧੰਨਾ ਜੀ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਇੱਕ ਅਦੁੱਤੀ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਮਨੁੱਖਾ ਜੀਵਨ ਦੀਆਂ 3 ਅਵਸਥਾ ਹੁੰਦੀਆਂ, ਇੱਕ ਹੁੰਦਾ ਹੈ ਬਚਪਨ, ਦੂਸਰੀ ਜਵਾਨੀ, ਤੀਸਰਾ ਬੁਢਾਪਾ। ਪਰ ਇਹਨਾਂ 3 ਅਵਸਥਾ ਦੇ ਵਿੱਚ ਜਿੱਥੇ ਇੱਕ ਗੁਣ ਆ, ਉੱਥੇ ਇੱਕ ਔਗਣ ਵੀ ਹੈ। ਜਿਵੇਂ ਬੁਢਾਪੇ ਦੀ ਅਵਸਥਾ ਦੇ ਵਿੱਚ ਇੱਕ ਗੁਣ ਹੁੰਦਾ ਹੈ, ਉਹ ਗੁਣ ਹੁੰਦਾ ਹੈ ਤਜਰਬਾ, ਤੇ ਲੇਕਿਨ ਇੱਕ ਔਗਣ ਵੀ ਬੁਢਾਪੇ ਦੀ ਅਵਸਥਾ 'ਚ ਹੁੰਦਾ। ਉਹ ਕੀ ਹੁੰਦਾ ਕਿ ਆਪਣੇ ਆਪ ਨੂੰ ਦੂਸਰੇ ਤੋਂ ਸਿਆਣਾ ਸਮਝਣਾ। ਇਹ ਜਿਹੜਾ ਹੈ ਨਾ, ਇਹ ਬੁਢਾਪੇ ਦਾ ਇੱਕ ਔਗਣ ਹੈਗਾ। ਫਿਰ ਇਸੇ ਤਰ੍ਹਾਂ ਜਵਾਨੀ ਦਾ ਇੱਕ ਗੁਣ ਹੈ, ਉਹ ਗੁਣ ਹੁੰਦਾ ਹੈ ਜੋਸ਼। ਲੇਕਿਨ ਇਹਦੇ ਵਿੱਚ ਇੱਕ ਜਵਾਨੀ ਦਾ ਔਗਣ ਵੀ ਆ, ਉਹ ਹੁੰਦਾ ਹੈ ਆਪਣੇ ਆਪ ਦੇ ਉੱਤੇ ਸਵਾਇਮਾਨ ਕਰਨਾ, ਭਾਵ ਕੀ ਆ, ਹੰਕਾਰੀ ਹੋਣਾ। ਇਹ ਜਿਹੜਾ ਜਵਾਨੀ ਦਾ ਔਗਣ ਹੈਗਾ। ਇਸੇ ਤਰ੍ਹਾਂ ਬਚਪਨ ਦਾ ਇੱਕ ਗੁਣ ਹੈ, ਉਹ ਗੁਣ ਕੀ ਹੁੰਦਾ, ਉਹ ਹੈ ਨਿਰਮਲ ਮਨ। ਤੇ ਲੇਕਿਨ ਇੱਕ ਔਗਣ ਵੀ ਹੁੰਦਾ ਹੈ, ਉਹ ਕੀ ਹੁੰਦਾ ਹੈ, ਉਹ ਹੁੰਦੀ ਆ ਅਚੇਤ ਅਵਸਥਾ। ਇਸੇ ਕਰਕੇ ਹੈ ਨਾ, ਆਮ ਕਰਕੇ ਮਹਾਂਪੁਰਖ ਕਹਿ ਦਿੰਦੇ ਆ ਕਿ ਜਿਹੜਾ ਬਚਪਨ ਦੇ ਵਿੱਚ ਬੱਚਾ ਅਤੇ ਸਾਧੂ, ਇਹਨਾਂ ਦਾ ਜਿਹੜਾ ਹੈ ਨਾ ਮਿਲਾਪ ਹੈਗਾ, ਉਹ ਰਲਦਾ ਮਿਲਦਾ ਹੁੰਦਾ ਹੈ। ਕਿਉਂ? ਕਿਉਂਕਿ ਸਾਧੂ ਨੇ ਆਪਣਾ ਜਿਹੜਾ ਮਨ ਸਾਧ ਕੇ ਨਿਰਮਲ ਕੀਤਾ ਹੁੰਦਾ, ਅਤੇ ਬੱਚੇ ਦਾ ਮਨ ਕੁਦਰਤੀ ਤੌਰ 'ਤੇ ਨਿਰਮਲ ਹੁੰਦਾ। ਇਸ ਕਰਕੇ ਦੋਨੇ ਜਿਹੜੇ ਆ ਇੱਕ ਸਮਾਨ ਹੁੰਦੇ ਆ। ਪਰ ਇੱਕ ਇਹਨਾਂ ਦੇ ਵਿੱਚ ਜਿਹੜੀ ਆ ਉਹ ਵਿਰੋਧੀ ਚੀਜ਼ ਹੁੰਦੀ। ਉਹ ਕੀ ਹੁੰਦਾ ਹੈ ਕਿ ਸਾਧੂ ਜਿਹੜਾ ਹੁੰਦਾ ਹੈ ਉਹ ਸੁਚੇਤ ਹੁੰਦਾ ਹੈ, ਲੇਕਿਨ ਬੱਚਾ ਜਿਹੜਾ ਹੈਗਾ ਉਹ ਅਚੇਤ ਹੁੰਦਾ ਹੈਗਾ। ਆਪ ਸੰਗਤਾਂ ਜਾਣਦੀਆਂ ਕਿ ਜਿਹੜਾ ਬੱਚੇ ਦੀ ਅਵਸਥਾ ਅਚੇਤ ਹੁੰਦੀ ਆ, ਬੱਚਾ ਸੱਪ ਨੂੰ, ਅੱਗ ਨੂੰ, ਮਿੱਟੀ ਨੂੰ, ਕਿਸੇ ਵੀ ਲੱਭੜੀ ਚੀਜ਼ ਨੂੰ ਮੂੰਹ ਦੇ ਵਿੱਚ ਪਾ ਲੈਂਦਾ ਜਾਂ ਹੱਥਾਂ 'ਚ ਫੜ ਲੈਂਦਾ, ਇਹ ਉਹਦੀ ਅਚੇਤ ਅਵਸਥਾ ਦੀ ਨਿਸ਼ਾਨੀ ਹੈਗੀ ਆ। ਪਰ ਜਿਹੜੇ ਪਰਮੇਸ਼ਰ ਵਾ ਨਾ, ਪਰਮੇਸ਼ਰ ਜੀ ਜਿਹੜੇ ਆ, ਉਹ ਸਭ ਤੋਂ ਪਹਿਲਾਂ ਕਿਸੇ ਵੀ ਚੀਜ਼ ਦਾ ਭੋਲਾਪਨ ਦੇਖਦੇ ਆ। ਕਿਉਂਕਿ ਬੱਚਿਆਂ ਦੇ ਵਿੱਚ ਭੋਲਾਪਨ ਜ਼ਿਆਦਾ ਹੁੰਦਾ। ਇਸ ਕਰਕੇ ਬੱਚਿਆਂ ਦੇ ਵਿੱਚ ਜਿਹੜੇ ਨਿਰਮਲ ਮਨ ਦੀ ਅਵਸਥਾ ਹੁੰਦੀ ਆ, ਉਹ ਐਡੀ ਉੱਚੀ ਹੁੰਦੀ ਆ ਕਿ ਅਗਰ ਕਿਸੇ ਨੇ ਆਪਣੇ ਮਨ ਨੂੰ ਸਾਧ ਕੇ ਆਪਣੇ ਮਨ ਨੂੰ ਬਿਲਕੁਲ ਨਿਰਮਲ ਕਰਨਾ ਹੋਵੇ, ਹੰਕਾਰ ਹੋਵੇ ਤੋਂ ਰਹਿਤ ਕਰਨਾ ਹੋਵੇ, ਅਤੇ ਉਹਦੇ ਵਾਸਤੇ ਇਹ ਬੜੀ ਕਠਿਨ ਜਿਹੜੀ ਆ ਉਹ ਤਪੱਸਿਆ ਜਾਂ ਵਿਧੀ ਕਰਨੀ ਪੈਂਦੀ ਆ, ਤਾਂ ਜਾ ਕੇ ਇਹੋ ਜਿਹੜੀ ਬੱਚਿਆਂ ਵਾਲੀ ਅਵਸਥਾ, ਉਹ ਵੀ ਖਾਸ ਕਰਕੇ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਜਾ ਬਣਦੀ ਹੈਗੀ ਆ। ਸੋ ਜਦੋਂ ਇਸ ਤਰ੍ਹਾਂ ਜਿਹੜੀ ਅਵਸਥਾ ਹੁੰਦੀ ਆ, ਚਾਹੇ ਉਹ ਜਿਹੜੀ ਅਵਸਥਾ ਹੈਗੀ ਸਾਧੂ ਦੀ ਆ, ਚਾਹੇ ਬੱਚੇ ਦੀ ਹੈ, ਲੇਕਿਨ ਇਹਨਾਂ ਦੇ ਭੋਲੇਪਨ ਦੇ ਵਿੱਚ ਪਰਮੇਸ਼ਰ ਜਿਹੜਾ ਹੈ ਨਾ, ਉਹ ਕਿਤੇ ਕਿਤੇ ਐਸਾ ਰੀਝਦਾ ਹੈ, ਅਤੇ ਰੀਝ ਕੇ ਆਪਣੇ ਪਿਆਰਿਆਂ ਦੇ ਨਾਲ ਕੁਛ ਐਸੀਆਂ ਖੇਡਾਂ ਖੇਡ ਜਾਂਦਾ ਕਿ ਜਿਨ੍ਹਾਂ ਨੂੰ ਦੇਖ ਕੇ ਸੰਸਾਰ ਬੜਾ ਚਕਿਤ ਰਹਿ ਜਾਂਦਾ ਹੈਗਾ। ਸੋ ਦਾਸ ਅੱਜ ਇਸੇ ਹੀ ਸੰਦਰਭ ਦੇ ਵਿੱਚ ਭਗਤ ਧੰਨਾ ਜੀ ਦੇ ਬਚਪਨ ਦੀ ਇੱਕ ਅਦੁੱਤੀ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਨ੍ਹਾਂ ਸਮਿਆਂ ਦੇ ਵਿੱਚ ਭਗਤ ਧੰਨਾ ਜੀ ਨੇ, ਜਦ ਉਹਨਾਂ ਸਮਿਆਂ ਦੇ ਵਿੱਚ ਪੱਥਰ ਦੀ ਭਾਵਨਾ ਦੇ ਰਾਹੀਂ ਪਰਮੇਸ਼ਰ ਜਿਹੜੇ ਸੀ ਉਹ ਪ੍ਰਗਟ ਹੋ ਗਏ ਸੀਗੇ, ਅਤੇ ਇਸ ਪ੍ਰਗਟ ਹੋਣ ਤੋਂ ਬਾਅਦ ਧੰਨੇ ਜੀ ਦੇ ਪ੍ਰੇਮ ਪਿਆਰ ਦੇ ਵਿੱਚ ਵਾਹਿਗੁਰੂ ਜੀ ਨੇ ਧੰਨੇ ਜੀ ਦਾ ਪ੍ਰਸ਼ਾਦਾ ਵੀ ਛਕਿਆ ਸੀ ਅਤੇ ਲੱਸੀ ਵੀ ਪੀਤੀ ਸੀ। ਅਤੇ ਸਦਾ ਧੰਨੇ ਦੇ ਨਾਲ ਰਹਿਣ ਦਾ ਜਿਹੜਾ ਵਾਅਦਾ ਸੀਗਾ, ਪਰਮੇਸ਼ਰ ਨੇ ਜੋ ਧੰਨੇ ਨੇ ਮੰਗਿਆ ਸੀਗਾ, ਉਹ ਸਾਰਾ ਪੂਰਾ ਕੀਤਾ ਸੀ। ਕਿਉਂ? ਧੰਨੇ ਨੇ ਜੋ ਵੀ ਮੰਗਿਆ ਸੀਗਾ, ਆਪ ਸੰਗਤਾਂ ਜਾਣਦੀਆਂ ਹੈਗੀਆਂ ਕਿ ਗੋਪਾਲ ਮੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜਿਹਦੇ ਵਿੱਚ ਧੰਨਾ ਜੀ ਨੇ ਮੰਗਿਆ ਸੀ, ਦਾਲ ਸੀਦਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਪੰਨਿਆ ਛਾਦਨ ਨੀਕਾ, ਨਾਜ ਮੰਗੋ ਸਤ ਸੀਕਾ, ਗਊ ਬੈਸ ਮੰਗੋ ਲਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਘਰ ਕੀ ਗ੍ਰਹਿਣ ਚੰਗੀ, ਜਨ ਧੰਨਾ ਲੇਵੇ ਮੰਗੀ। ਇਹ ਤੱਕ ਸਾਰੇ ਪਦਾਰਥ ਭਗਤ ਧੰਨਾ ਜੀ ਨੇ ਪਰਮੇਸ਼ਰ ਪਾਸੋਂ ਸਹਿਜ ਦੇ ਵਿੱਚ ਮੰਗ ਲਏ ਸੀ, ਅਤੇ ਪਰਮੇਸ਼ਰ ਨੇ ਸਾਰੇ ਦੇ ਦਿੱਤੇ ਸੀਗੇ। ਉਸ ਤੋਂ ਬਾਅਦ ਫਿਰ ਜਿਹੜੇ ਭਗਤ ਧੰਨਾ ਜੀ ਸੀ, ਉਹ ਜਿਹੜੇ ਸੀ ਫਿਰ ਐਡੀ ਉੱਚੀ ਅਵਸਥਾ ਵਿੱਚ ਪਹੁੰਚ ਗਏ ਸੀਗੇ, ਜਿਸ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਆਖਦੇ ਆ। ਅਤੇ ਇਸ ਅਵਸਥਾ ਦੇ ਵਿੱਚ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਬ੍ਰਹਮ ਗਿਆਨੀ ਪਰ ਉਪਕਾਰ ਮਹਾ, ਕਿ ਬ੍ਰਹਮ ਗਿਆਨੀ ਦੇ ਅੰਦਰ ਜਿਹੜੀ ਪਰਉਪਕਾਰ ਦੀ ਜਿਹੜੀ ਤੜਫ ਹੈ ਉਹ ਹਮੇਸ਼ਾ ਲੱਗੀ ਰਹਿੰਦੀ ਆ, ਅਤੇ ਬ੍ਰਹਮ ਗਿਆਨੀ ਜਿਹੜੇ ਕਿਸੇ ਦੇ ਉੱਤੇ ਪਰਉਪਕਾਰ ਕਰਕੇ ਹਮੇਸ਼ਾ ਪ੍ਰਸੰਨ ਰਹਿੰਦੇ ਆ। ਸੋ ਇੱਕ ਵਾਰ ਦਾ ਜ਼ਿਕਰ ਆ ਕਿ ਭਗਤ ਧੰਨਾ ਜੀ ਜਿਨ੍ਹਾਂ ਸਮਿਆਂ ਦੇ ਵਿੱਚ ਖੇਤੀ ਕਰਦੇ ਹੁੰਦੇ ਸੀ, ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਉਹਨਾਂ ਟਾਈਮਾਂ ਦੇ ਵਿੱਚ ਭਗਤ ਧੰਨੇ ਜੀ ਦੀ 600 ਬਿੱਗੇ ਜ਼ਮੀਨ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ। ਅਤੇ ਭਗਤ ਧੰਨਾ ਜੀ ਕਿਉਂਕਿ ਸਭ ਤੋਂ ਵੱਡੇ ਜਗੀਰਦਾਰ ਇਸ ਇਲਾਕੇ ਦੇ ਵਿੱਚ ਹੋਏ ਆ, ਅਤੇ ਇਹਨਾਂ ਦੇ ਨਾਲ 6 ਸਾਂਝੀਦਾਰ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ। ਇੱਕ ਵਾਰ ਜਦੋਂ
ਕਣਕ ਬੀਜਣ ਦਾ ਸਮਾਂ ਆਇਆ ਸੀ ਤਾਂ ਉਸ ਟਾਈਮ ਜਦੋਂ ਭਗਤ ਧੰਨਾ ਜੀ ਆਪਣੀ 6 ਸਾਂਝੀਦਾਰਾਂ ਦੇ ਨਾਲ ਬੀਜ ਲੈ ਕੇ ਗੱਡਿਆਂ ਦੇ ਉੱਤੇ ਲੱਦ ਕੇ ਜਦ ਆਪਣੇ ਖੇਤਾਂ ਵੱਲ ਨੂੰ ਜਾ ਰਹੇ ਸੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਇੱਕ ਸਾਧੂਆਂ ਦਾ ਬਹੁਤ ਵੱਡਾ ਜਿਹੜਾ ਟੋਲਾ ਸੀਗਾ ਉਹ ਭਗਤ ਧੰਨਾ ਜੀ ਨੂੰ ਮਿਲਿਆ। ਜਦ ਮਿਲਿਆ ਤੇ ਉਹਨਾਂ ਨੇ ਭਗਤ ਧੰਨਾ ਜੀ ਦੇ ਗੱਡੇ ਵੱਲ ਦੇਖ ਕੇ ਕੋਲ ਅਰਜ਼ੋਈ ਕੀਤੀ ਕਿ ਅਸੀਂ ਬਹੁਤ ਦਿਨ ਹੋ ਗਿਆ ਕਿ ਅਸੀਂ ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਅਤੇ ਇਸ ਕਰਕੇ ਤੁਸੀਂ ਕਿਰਪਾ ਕਰੋ ਕਿ ਸਾਨੂੰ ਜਿਹੜਾ ਹੈਗਾ ਕੋਈ ਨਾ ਕੋਈ ਅੰਨ, ਕੱਪੜਾ, ਵਸਤਰ ਜਾਂ ਕੋਈ ਵੀ ਚੀਜ਼ ਜਿਹੜੀ ਪ੍ਰਦਾਨ ਕਰੋ ਤਾਂ ਜੋ ਅਸੀਂ ਥੋੜ੍ਹਾ ਜਿਹਾ ਪ੍ਰਸ਼ਾਦਾ ਛਕ ਸਕੀਏ ਅਤੇ ਆਪਣਾ ਜਿਹੜੀ ਭੋਜਨ ਦੀ ਤ੍ਰਿਪਤੀ ਉਹ ਕਰ ਸਕੀਏ। ਜਦ ਉਹਨਾਂ ਨੇ ਭਗਤ ਧੰਨਾ ਜੀ ਦੇ ਅੱਗੇ ਇਹ ਅਰਜ਼ੋਈ ਕੀਤੀ ਸੀ ਤਾਂ ਦੇਖੋ ਉਸ ਟਾਈਮ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਬ੍ਰਹਮ ਗਿਆਨੀ ਪਰਉਪਕਾਰ ਮਹਾ, ਇਸੇ ਹੀ ਭਾਵਨਾ ਦੇ ਤਹਿਤ ਧੰਨੇ ਨੇ ਕੀ ਕੀਤਾ ਸੀਗਾ ਕਿ ਜਿੰਨਾ ਵੀ ਬੀਜ ਖੇਤਾਂ ਦੇ ਵਿੱਚ ਬੀਜਣ ਵਾਸਤੇ ਪੂਰਾ ਗੱਡਾ ਭਰਿਆ ਹੋਇਆ ਸੀ ਉਹ ਸਾਰਾ ਗੱਡਾ ਰੋਕ ਕੇ ਸਾਰਾ ਜਿਹੜਾ ਬੀਜ ਸੀ ਉਹ ਬ੍ਰਾਹਮਣਾਂ ਨੂੰ ਚੁਕਾ ਸੀਗਾ। ਜਦ ਉਹਨਾਂ ਸਾਧੂਆਂ ਨੂੰ ਭਗਤ ਧੰਨਾ ਜੀ ਨੇ ਸਾਰਾ ਜਿਹੜਾ ਬੀਜ ਸੀਗਾ ਇਹ ਦਿੱਤਾ ਸੀਗਾ ਅਤੇ ਉਸ ਟਾਈਮ ਫਿਰ ਧੰਨਾ ਜੀ ਦੇ 6 ਸਾਂਝੀਦਾਰਾਂ ਦੇ ਵਿੱਚੋਂ ਜਿਹੜੇ 4 ਸਾਂਝੀਦਾਰ ਸੀ ਉਹ ਨਾਰਾਜ਼ ਹੋ ਗਏ ਸੀਗੇ। ਉਹਨਾਂ ਨੇ ਫਿਰ ਭਗਤ ਧੰਨਾ ਜੀ ਨੂੰ ਆਖਿਆ ਸੀਗਾ ਅਗਰ ਬੀਜ ਹੀ ਨਹੀਂ ਹੋਊਗਾ ਤਾਂ ਫਿਰ ਅਸੀਂ ਖੇਤਾਂ 'ਚ ਬੀਜਾਂਗੇ ਕੀ, ਅਤੇ ਅਗਰ ਖੇਤਾਂ ਦੇ ਵਿੱਚ ਫਸਲ ਨਹੀਂ ਹੋਈ ਤਾਂ ਫਿਰ ਆਪਾਂ ਫਸਲ ਵੇਚਾਂਗੇ ਕੀ ਅਤੇ ਪੈਸਾ ਵੱਟਾਂਗੇ ਕੀ, ਅਤੇ ਘਰ ਦਾ ਗੁਜ਼ਾਰਾ ਸਾਡਾ ਜਿਹੜਾ ਉਹ ਕਿਵੇਂ ਹੋਊਗਾ। ਇਹ ਤੱਤ ਜਿਹੜੇ ਸਵਾਲ ਸੀ 4 ਸਾਂਝੀਦਾਰਾਂ ਨੇ ਭਗਤ ਜੀ ਨਾਲ ਕੀਤੇ ਸੀ ਅਤੇ ਫਿਰ ਧੰਨਾ ਜੀ ਨੇ ਆਖਿਆ ਸੀਗਾ ਕਿ ਭਾਈ ਤੁਸੀਂ ਚਿੰਤਾ ਨਾ ਕਰੋ, ਦੇਣ ਵਾਲਾ ਮਾਲਕ ਹੀ ਆ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਜ਼ਰੂਰ ਦੇਊਗਾ, ਸਾਨੂੰ ਭੁੱਖੇ ਨਹੀਂ ਰਹਿਣ ਦਿੰਦਾ। ਭਗਤ ਜੀ ਨੇ ਆਪਣੇ ਸਾਂਝੀਦਾਰਾਂ ਨੂੰ ਧਰਵਾਸ ਦਿੱਤਾ ਸੀਗਾ, ਪਰ ਫਿਰ ਵੀ 6 ਸਾਂਝੀਦਾਰਾਂ ਵਿੱਚੋਂ ਜਿਹੜੇ 4 ਸਾਂਝੀਦਾਰ ਸੀ ਉਹ ਨਾਰਾਜ਼ ਹੋ ਕੇ ਧੰਨੇ ਦੇ ਨਾਲ ਖੇਤੀ ਕਰਨ ਦੀ ਜਿਹੜੀ ਆ ਉਹ ਸਾਰੀ ਕਿਰਿਆ ਨੂੰ ਛੱਡ ਕੇ ਉੱਥੋਂ ਚਲੇ ਗਏ ਸੀ। ਉਸ ਤੋਂ ਬਾਅਦ ਫਿਰ ਭਗਤ ਧੰਨਾ ਜੀ ਦੇ ਨਾਲ 2 ਸਾਂਝੀਦਾਰ ਰਹੇ ਸੀ ਜਿਹਨਾਂ ਸਾਂਝੀਦਾਰਾਂ ਦਾ ਧੰਨਾ ਜੀ ਦੇ ਨਾਲ ਬੜਾ ਪ੍ਰੇਮ ਸੀ, ਔਰ ਖ਼ਾਸ ਕਰਕੇ ਜਿਹੜੇ 2 ਸਾਂਝੀਦਾਰ ਸੀ ਧੰਨਾ ਜੀ ਦੇ ਉੱਤੇ ਬੜੀ ਸ਼ਰਧਾ ਰੱਖਦੇ ਸੀ। ਉਹਨਾਂ ਨੂੰ ਪਤਾ ਸੀਗਾ ਕਿ ਕੋਈ ਸਮਾਂ ਸੀਗਾ ਜਦੋਂ ਭਗਤ ਧੰਨਾ ਜੀ ਜਿਹੜੇ ਸੀਗੇ ਉਹਨਾਂ ਨੇ ਬਚਪਨ ਦੇ ਵਿੱਚ ਜਦ ਪੰਡਤ ਤਰਲੋਚਨ ਤੋਂ ਪੱਥਰ ਮੰਗਿਆ ਸੀਗਾ ਅਤੇ ਇਸ ਪੱਥਰ ਦੇ ਸਾਹਮਣੇ ਜਾ ਕੇ ਜਦ ਆਪਣੀ ਭਾਵਨਾ ਅਨੁਸਾਰ ਪਰਮੇਸ਼ਰ ਜਿਹੜਾ ਸੀ ਉਹ ਪ੍ਰਗਟ ਕਰ ਦਿੱਤਾ ਸੀਗਾ ਅਤੇ ਪਰਮੇਸ਼ਰ ਨੇ ਆਪ ਭਗਤ ਧੰਨਾ ਜੀ ਦੇ ਹੱਥੋਂ ਪ੍ਰਸ਼ਾਦਾ ਪਾਣੀ ਅਤੇ ਲੱਸੀ ਪੀਤੀ ਸੀ। ਇਸ ਕਰਕੇ ਧੰਨਾ ਜੀ ਜਿਹੜੇ ਸੀ ਉਹਨਾਂ ਦੀ ਨਜ਼ਰ ਦੇ ਵਿੱਚ ਬਹੁਤ ਵੱਡੇ ਪਰਮਾਤਮਾ ਦੇ ਭਗਤ ਸੀਗੇ। ਪਰ ਦੂਸਰੇ ਜਿਹੜੇ 4 ਸਾਂਝੀਦਾਰ ਸੀ ਉਹਨਾਂ ਦੀ ਨਜ਼ਰ ਵਿੱਚ ਧੰਨਾ ਜੀ ਇੱਕ ਆਮ ਜ਼ਿਮੀਂਦਾਰ ਕਿਸਾਨ ਸੀਗੇ, ਦੂਸਰਾ ਉਹਨਾਂ ਨੂੰ ਕੋਈ ਚੀਜ਼ ਭਾਸਦੀ ਨਹੀਂ ਸੀ। ਇਸ ਕਰਕੇ ਇਹ ਜਿਹੜੇ 4 ਸਾਂਝੀਦਾਰ ਸੀ ਇਹ ਖੇਤੀਬਾੜੀ ਛੱਡ ਕੇ ਉੱਥੋਂ ਚਲੇ ਗਏ ਸੀ। ਪਰ ਜਦੋਂ ਭਗਤ ਧੰਨਾ ਜੀ ਖਾਲੀ ਗੱਡੇ ਸਮੇਤ ਆਪਣੇ ਦੋਨਾਂ ਸਾਂਝੀਦਾਰਾਂ ਦੇ ਨਾਲ ਆਪਣੀ ਜ਼ਮੀਨ 'ਤੇ ਪੁੱਜੇ ਸੀ, ਫਿਰ ਜਿਹੜੇ 2 ਨਾਲ ਦੇ ਸਾਂਝੀਦਾਰ ਸੀ ਉਹਨਾਂ ਨੇ ਧੰਨਾ ਜੀ ਨੂੰ ਕਿਹਾ ਕਿ ਦੱਸੋ ਸਾਨੂੰ ਕੀ ਹੁਕਮ ਆ। ਅਤੇ ਫਿਰ ਭਗਤ ਧੰਨਾ ਜੀ ਨੇ ਆਖਿਆ ਸੀਗਾ ਕਿ ਤੁਸੀਂ ਇਸ ਤਰ੍ਹਾਂ ਕਰੋ, ਇਹ ਸਾਰੀ ਜ਼ਮੀਨ ਦੇ ਵਿੱਚ 7-7 ਰਹਿਲਾਂ ਕੱਢ ਦਿਓ। ਅਤੇ ਜਦ ਇਹਨਾਂ ਦਾ ਬਚਨ ਮੰਨ ਕੇ ਇਹਨਾਂ 2 ਸਾਂਝੀਦਾਰਾਂ ਨੇ ਜਦ ਬਲਦ ਜੋੜੇ ਸੀ ਅਤੇ ਸਾਰੀ ਜ਼ਮੀਨ ਦੇ ਵਿੱਚ 7-7 ਜਿਹੜੀਆਂ ਉਹ ਹਲ ਦੇ ਨਾਲ ਲਹਿਰਾਂ ਕੱਢ ਦਿੱਤੀਆਂ ਸੀ। ਜਦ 7-7 ਜਿਹੜੀਆਂ ਸੀਗੀਆਂ ਉਹ ਜੋਤੇ ਲਾਏ, ਉਸ ਤੋਂ ਬਾਅਦ ਫਿਰ ਦੱਸਦੇ ਆ ਭਗਤ ਧੰਨਾ ਜੀ ਨੇ ਉਹਨਾਂ ਟਾਈਮਾਂ ਦੇ ਵਿੱਚ ਕੋਲ ਪਏ ਜਿਹੜੇ ਰੋੜੇ ਕੰਕਰ ਸੀਗੇ ਉਹਦਾ ਇੱਕ ਛੱਟਾ ਦੇ ਦਿੱਤਾ ਸੀਗਾ। ਇਹ ਛੱਟਾ ਜਿਹੜਾ ਸੀ ਧੰਨਾ ਜੀ ਨੇ ਰੱਬ ਜੀ ਦੇ ਭਰੋਸੇ 'ਤੇ ਦਿੱਤਾ ਸੀ ਅਤੇ ਇਹਨਾਂ ਦੇ ਜਿਹੜੇ ਦੋਨੇ ਸਾਂਝੀਦਾਰ ਸੀ ਉਹ ਇਸ ਘਟਨਾ ਨੂੰ ਤੱਕਦੇ ਰਹੇ। ਉਹ ਇਸ ਤੋਂ ਬਾਅਦ ਫਿਰ ਧੰਨਾ ਜੀ ਨੇ ਆਖਿਆ ਕਿ ਹੁਣ ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਸੁਹਾਗਾ ਮਾਰ ਦਿਓ ਅਤੇ ਆਪਣੇ ਘਰਾਂ ਦੇ ਵਿੱਚ ਜਾ ਕੇ ਆਰਾਮ ਕਰੋ। ਉਸ ਤੋਂ ਬਾਅਦ ਦੋਨੇ ਸਾਂਝੀਦਾਰਾਂ ਨੇ ਜਿਹੜਾ ਸੀਗਾ ਭਗਤ ਧੰਨਾ ਜੀ ਦਾ ਹੁਕਮ ਮੰਨ ਕੇ ਅਤੇ ਇਹ ਹਲ ਦੀਆਂ ਕੱਢੀਆਂ ਲਹਿਰਾਂ ਦੇ ਉੱਤੇ ਜਦ ਸੁਹਾਗਾ ਮਾਰਿਆ ਸੀਗਾ ਅਤੇ ਜੇ ਸੁਹਾਗਾ ਮਾਰ ਕੇ ਫਿਰ ਉਹ ਆਪਣੇ ਘਰਾਂ ਨੂੰ ਚਲੇ ਗਏ ਸੀਗੇ। ਪਰ ਕੁਦਰਤ ਦਾ ਕ੍ਰਿਸ਼ਮਾ, ਕੁਦਰਤ ਦੀ ਖੇਡ, ਕੁਦਰਤ ਦਾ ਕੁੱਤ ਕਿ ਐਸਾ ਹੋਇਆ ਸੀਗਾ ਕਿ ਇਹਨਾਂ ਹੀ 7-7 ਹਲ ਦੀਆਂ ਕੱਢੀਆਂ ਲਹਿਰਾਂ ਦੇ ਵਿੱਚੋਂ ਜਿਹੜੀਆਂ ਸੀਗੀਆਂ ਉਹਨਾਂ ਟਾਈਮਾਂ ਦੇ ਵਿੱਚ ਫਿਰ ਹਦਵਾਣਿਆਂ ਦੀਆਂ ਬੇਲਾਂ ਉੱਗੀਆਂ ਸੀਗੀਆਂ। ਜਦ ਇਹ ਜਿਹੜੀਆਂ ਹਦਵਾਣਿਆਂ ਦੀਆਂ ਬੇਲਾਂ ਉੱਗੀਆਂ ਸੀਗੀਆਂ ਅਤੇ ਜਦ ਉਹਨਾਂ ਸਾਂਝੀਦਾਰਾਂ ਨੇ ਦੇਖਿਆ ਸੀ ਉਹ ਹੈਰਾਨ ਰਹਿ ਗਏ ਸੀਗੇ ਕਿ ਬਿਨਾਂ ਬੀਜ ਤੋਂ ਕਿਵੇਂ ਇਹ ਬੇਲਾਂ ਜਿਹੜੀਆਂ ਉੱਗ ਗਈਆਂ ਹੈ। ਅਤੇ ਪਰ ਉਹਨਾਂ ਦੀ ਜਿਹੜੀ ਸ਼ਰਧਾ ਸੀ ਭਗਤ ਧੰਨਾ ਜੀ ਦੇ ਉੱਤੇ ਹੋਰ ਵੀ ਵੱਧ ਗਈ ਸੀਗੀ ਕਿ ਬਿਨਾਂ ਬੀਜ ਤੋਂ ਧੰਨਾ ਜੀ ਨੇ ਇੱਕ ਖੇਡ ਐਸੀ ਪਰਮੇਸ਼ਰ ਦੇ ਨਾਲ ਪ੍ਰੇਮ ਦੀ ਸਾਂਝੀ ਕੀਤੀ ਆ ਕਿ ਰੋੜੇ ਕੰਕਰ ਖਿਲਾਰੇ ਆ ਅਤੇ ਇਹਨਾਂ ਰੋੜਾ ਕੰਕਰਾਂ ਦੇ ਵਿੱਚੋਂ ਦੇਖੋ ਖਰਬੂਜਿਆਂ ਦੀਆਂ ਬੇਲਾਂ ਜਿਹੜੀਆਂ ਹੈਗੀਆਂ ਉਹ ਇੰਨੀਆਂ ਉੱਗ ਪਈਆਂ ਕਿ ਜਿੰਨੀ ਵੀ ਜਿਹੜੀ ਜ਼ਮੀਨ ਸੀ ਭਗਤ ਧੰਨਾ ਜੀ ਦੀ ਸਾਰੀ ਜਿਹੜੀ ਸੀ ਹਦਵਾਣੀਆਂ ਦੀਆਂ ਬੇਲਾਂ ਦੇ ਨਾਲ ਭਰ ਗਈ ਸੀ। ਇਸ ਤੋਂ ਬਾਅਦ ਫਿਰ ਭਗਤ ਧੰਨਾ ਜੀ ਦੇ ਜਿਹੜੇ ਬੇਲਾਂ ਨੂੰ ਇੰਨੇ ਕਹਿੰਦੇ ਮਿੱਠੇ ਹਦਵਾਣੇ ਲੱਗੇ ਸੀ, ਪਰ ਉਸ ਟਾਈਮ
ਜਦ ਜਿਹੜਾ ਰਾਜਾ ਉੱਥੇ ਦਾ ਹਾਕਮ ਸੀਗਾ ਉਸ ਨੂੰ ਜਦ ਪਤਾ ਲੱਗਾ ਕਿ ਕੋਈ ਸਭ ਤੋਂ ਵੱਧ ਜਿਹੜੀ ਫਸਲ ਵਾ ਉਹ ਧੰਨੇ ਜੱਟ ਦੀ ਹੋਈ ਆ, ਤਾਂ ਉਸਨੇ ਫਿਰ ਆਪਣੇ ਜਿਹੜੇ ਅਹਿਲਕਾਰ ਸੀਗੇ ਉਹ ਭੇਜੇ। ਜਦ ਅਹਿਲਕਾਰ ਗਏ ਸੀ ਤਾਂ ਇਹਨਾਂ ਅਹਿਲਕਾਰਾਂ ਨੇ ਫਿਰ ਭਗਤ ਧੰਨਾ ਜੀ ਨੂੰ ਆਖਿਆ ਸੀਗਾ ਕਿ ਤੇਰੀ ਜਿਹੜੀ ਫਸਲ ਵਾ ਸਾਰੇ ਇਲਾਕੇ ਦੇ ਵਿੱਚੋਂ ਜ਼ਿਆਦਾ ਹੋਈ ਆ, ਇਸ ਕਰਕੇ ਤੈਨੂੰ ਮਾਲੀਆ ਵੱਧ ਦੇਣਾ ਪਊਗਾ। ਫਿਰ ਧੰਨਾ ਜੀ ਨੇ ਆਖਿਆ ਸੀਗਾ ਕਿ ਜਿੰਨੇ ਤੁਹਾਨੂੰ ਫਸਲ ਦੇ ਵਿੱਚੋਂ ਹਦਵਾਣੇ ਚਾਹੀਦੇ ਆ ਸਾਰੇ ਤੁਸੀਂ ਜਿਹੜੇ ਆ ਉਹ ਰਾਜੇ ਕੋਲ ਲੈ ਜਾਓ, ਅਤੇ ਰਾਜੇ ਦੇ ਜਿੰਨੇ ਕਰਮਚਾਰੀ ਆ ਜਾਂ ਫੌਜ ਆ ਸਾਰਿਆਂ ਨੂੰ ਤੁਸੀਂ ਵਰਤਾ ਦਿਓ। ਉਸ ਤੋਂ ਬਾਅਦ ਜਿਹੜੇ ਰਾਜੇ ਦੇ ਅਹਿਲਕਾਰ ਸੀਗੇ ਉਹ ਗੱਡੇ ਭਰ ਭਰ ਕੇ ਧੰਨਾ ਜੀ ਦੇ ਖੇਤ ਦੇ ਵਿੱਚੋਂ ਹਦਵਾਣਿਆਂ ਦੇ ਜਿਹੜੇ ਸੀ ਉਹ ਰਾਜੇ ਦੇ ਪਾਸ ਲੈ ਗਏ ਸੀ। ਫਿਰ ਦੱਸਦੇ ਆ ਜਦ ਰਾਜੇ ਦੇ ਕਰਮਚਾਰੀਆਂ ਫੌਜ ਅਤੇ ਰਾਜੇ ਦੇ ਜਿਹੜੇ ਹੋਰ ਵੀ ਘਰ ਦੇ ਪਰਿਵਾਰ ਦੇ ਜੀਅ ਸੀ ਜਦ ਇਹ ਹਦਵਾਣੇ ਖਾਧੇ ਸੀ, ਇਹ ਹਦਵਾਣੇ ਜਿਹੜੇ ਸੀ ਇੰਨੇ ਮਿੱਠੇ ਸੀਗੇ ਕਿ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਸੀ। ਅਤੇ ਜਿਸ ਨੇ ਵੀ ਹਦਵਾਣੇ ਖਾਧੇ ਸੀਗੇ ਉਹ ਦੀ ਜਿਹੜੀ ਸੁਰਤ ਸੀਗੀ ਉਹ ਸਹਿਜ ਦੇ ਵਿੱਚ ਜੁੜ ਗਈ ਸੀ। ਐਸਾ ਆਨੰਦ ਐਸਾ ਖੇੜਾ ਇਹਨਾਂ ਹਦਵਾਣਿਆਂ ਦੇ ਖਾਣ ਦੇ ਨਾਲ ਬਣਿਆ ਸੀਗਾ। ਜਿਹੜੇ ਸ਼ਰਧਾਵਾਨ ਪ੍ਰੇਮੀ ਧੰਨਾ ਜੀ ਦੇ ਸੀਗੇ ਜਦ ਉਹਨਾਂ ਨੇ ਹਦਵਾਣੇ ਤੋੜ ਕੇ ਘਰਾਂ 'ਚ ਕੱਟੇ ਸੀ, ਉਹਨਾਂ ਦੇ ਵਿੱਚੋਂ ਉਹਨਾਂ ਹਦਵਾਣਿਆਂ ਦੇ ਅੰਦਰੋਂ ਉਹਨਾਂ ਨੂੰ ਹੀਰੇ ਪ੍ਰਾਪਤ ਹੋਏ ਸੀ। ਪਰ ਜਿਹੜੇ ਸ਼ੰਕਾਵਾਦੀ ਜਾਂ ਲਾਲਚੀ ਲੋਕੀ ਜਿਹੜੇ ਹਦਵਾਣੇ ਆਪਣੇ ਘਰਾਂ 'ਚ ਲੈ ਕੇ ਗਏ ਸੀ ਜਦ ਉਹਨਾਂ ਨੇ ਕੱਟੇ ਸੀ, ਤਾਂ ਉਹਨਾਂ ਹਦਵਾਣਿਆਂ ਦੇ ਅੰਦਰੋਂ ਉਹਨਾਂ ਨੂੰ ਫਿਰ ਇਹ ਹਦਵਾਣੇ ਬੀਜ ਦੇ ਰੂਪ ਦੇ ਵਿੱਚ ਹੀ ਮਿਲੇ ਸੀ, ਕੋਈ ਵੀ ਹੀਰਾ ਵਗੈਰਾ ਜਿਹੜਾ ਸੀਗਾ ਉਹ ਨਹੀਂ ਸੀ ਮਿਲਿਆ। ਉਸ ਤੋਂ ਬਾਅਦ ਦੱਸਦੇ ਆ ਕਿ ਇਹ ਜਿਹੜੇ ਦੋ ਸਾਂਝੀਦਾਰ ਧੰਨਾ ਜੀ ਦੇ ਨਾਲ ਬੜੀ ਸ਼ਰਧਾ ਭਾਵਨਾ ਨਾਲ ਰਹੇ ਸੀ। ਇਹਨਾਂ ਨੇ ਆ ਕੇ ਫਿਰ ਭਗਤ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਆਪ ਜੀ ਦੇ ਪਾਸ ਆਏ ਹਾਂ, ਇਸ ਕਰਕੇ ਹਦਵਾਣੇ ਜਿਹੜੇ ਆ ਖੇਤਾਂ ਵਿੱਚ ਬਹੁਤ ਹੋ ਗਏ, ਅਗਰ ਆਗਿਆ ਦਿਓ ਤਾਂ ਅਸੀਂ ਆਪਣਾ ਹਿੱਸਾ ਜਿਹੜਾ ਹੈਗਾ ਉਹ ਲਿਜਾ ਕੇ ਮੰਡੀ ਵਿੱਚ ਵੇਚ ਦਈਏ। ਫਿਰ ਧੰਨਾ ਜੀ ਨੇ ਆਖਿਆ ਸੀਗਾ ਕਿ ਜਿੰਨੇ ਤੁਹਾਨੂੰ ਹਦਵਾਣੇ ਚਾਹੀਦੇ ਤੁਸੀਂ ਆਪਣਾ ਹਿੱਸਾ ਲੈ ਜਾਓ, ਮੰਡੀ ਵਿੱਚ ਵੇਚੋ, ਅਤੇ ਉਸ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਦੇ ਖਾਣ ਵਾਸਤੇ ਜਿੰਨੇ ਚਾਹੀਦੇ ਵਧੀਆ ਹਦਵਾਣੇ ਤੋੜ ਕੇ ਗੱਡੇ ਭਰ ਕੇ ਲੈ ਜਾਓ। ਫਿਰ ਇਸ ਦੇ ਜਿਹੜੇ ਦੋ ਸਾਂਝੀਦਾਰ ਸੀ ਭਗਤ ਧੰਨਾ ਜੀ ਦੇ, ਇਹ ਹਦਵਾਣੇ ਤੋੜ ਕੇ ਆਪਣੇ ਗੱਡਿਆਂ 'ਚ ਘਰ ਲੈ ਗਏ ਸੀ। ਇਹਨਾਂ ਨੇ ਬਾਕੀ ਸਾਰੇ ਹਦਵਾਣੇ ਜਿਹੜੇ ਸੀ ਉਹ ਮੰਡੀ ਸੁੱਟ ਦਿੱਤੇ ਸੀ, ਅਤੇ ਮੰਡੀ ਸੁੱਟਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਜਿਹੜੇ ਬਾਕੀ ਖਾਣ ਵਾਸਤੇ ਹਦਵਾਣੇ ਘਰ ਦੇ ਵਿੱਚ ਸੁੰਦਰ ਰੱਖੇ ਸੀਗੇ, ਜਦ ਇਹਨਾਂ ਦੋ ਸਾਂਝੀਦਾਰਾਂ ਨੇ ਘਰ ਦੇ ਵਿੱਚ ਇਹ ਜਿਹੜੇ ਰੱਖੇ ਹੋਏ ਹਦਵਾਣੇ ਜਦ ਕੱਟੇ ਤਾਂ ਬੜੀ ਇੱਕ ਅਚਰਜ ਘਟਨਾ ਉਹਨਾਂ ਟਾਈਮਾਂ 'ਚ ਵਿੱਚ ਵਾਪਰੀ ਸੀ ਕਿ ਇਹਨਾਂ ਕੱਟੇ ਹੋਏ ਹਦਵਾਣਿਆਂ ਦੇ ਵਿੱਚੋਂ ਉਹਨਾਂ ਟਾਈਮਾਂ ਦੇ ਵਿੱਚ ਫਿਰ ਹਦਵਾਣਿਆਂ ਦੇ ਅੰਦਰੋਂ ਬੀਜ ਨਹੀਂ ਸੀ ਨਿਕਲਿਆ, ਅਤੇ ਬੀਜ ਦੀ ਜਗ੍ਹਾ ਜਿਹੜੇ ਸੀਗੇ ਉਹ ਹੀਰੇ ਨਿਕਲੇ ਸੀਗੇ, ਸੁੱਚੇ ਮੋਤੀ ਨਿਕਲੇ ਸੀ। ਅਤੇ ਦੇਖੋ ਰੱਬ ਦੀ ਐਸੀ ਜਿਹੜੀ ਸੀ ਉਹ ਇਹਨਾਂ ਹਦਵਾਣਿਆਂ ਦੇ ਉੱਤੇ ਨਜ਼ਰ ਪਈ ਸੀ ਕਿ ਜਿਹੜੇ ਹਦਵਾਣਿਆਂ ਦੇ ਬੀਜ ਸੀ ਉਹਨਾਂ ਟਾਈਮਾਂ ਦੇ ਵਿੱਚ ਹੀਰਿਆਂ ਦੇ ਵਿੱਚ ਤਬਦੀਲ ਹੋ ਗਏ ਸੀਗੇ। ਅਤੇ ਜੇ ਦੋ ਸਾਂਝੀਦਾਰ ਜਿਹੜੇ ਧੰਨਾ ਜੀ ਦੇ ਸੀ ਜਦ ਉਹਨਾਂ ਨੇ ਇਹ ਹਦਵਾਣਿਆਂ 'ਚ ਹੀਰੇ ਦੇਖੇ ਸੀ, ਬੀਜ ਕੋਈ ਨਜ਼ਰ ਨਹੀਂ ਸੀ ਆਇਆ, ਅਤੇ ਇਹ ਜਿਹੜੇ ਦੋ ਸਾਂਝੀਦਾਰ ਸੀ ਦੰਗ ਹੋ ਗਏ ਸੀਗੇ। ਅਤੇ ਦੰਗ ਹੋਣ ਤੋਂ ਬਾਅਦ ਇਹਨਾਂ ਨੂੰ ਸਾਰੀ ਘਟਨਾ ਦਾ ਜਿਹੜੀ ਸਮਝ ਆ ਗਈ ਸੀ, ਅਤੇ ਉਸੇ ਟਾਈਮ ਜ਼ਮੀਨ 'ਤੇ ਲੇਟ ਕੇ ਭਗਤ ਧੰਨਾ ਜੀ ਦੀ ਜੈ ਹੋਵੇ, ਭਗਤ ਧੰਨਾ ਜੀ ਦੀ ਜੈ ਹੋਵੇ ਉਹਦੇ ਗਾਉਣ ਗਾਉਣ ਲੱਗ ਪਏ ਸੀ। ਇਸ ਤੋਂ ਬਾਅਦ ਦੱਸਦੇ ਆ ਕਿ ਜਿਹੜੇ ਦੋ ਸਾਂਝੀਦਾਰ ਸੀ ਉਹ ਤਾਂ ਜਿਹੜੇ ਸੀ ਇੱਕੋ ਹੀ ਦਿਨ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਲੱਖਾਂ ਕਰੋੜਾਂ ਪਤੀ ਉਸ ਜ਼ਮਾਨੇ ਦੇ ਵਿੱਚ ਜਗੀਰਦਾਰ ਬਣ ਗਏ ਸੀਗੇ। ਪਰ ਜਦੋਂ ਇਸ ਘਟਨਾ ਦਾ ਆਲੇ ਦੁਆਲੇ ਜਿਹੜੇ ਇਲਾਕੇ ਪਿੰਡਾਂ 'ਚ ਪਤਾ ਲੱਗਾ ਸੀਗਾ ਕਿ ਭਗਤ ਧੰਨਾ ਜੀ ਦੇ ਜਿਹੜੇ ਹਦਵਾਣੇ ਆ, ਇਹਨਾਂ ਹਦਵਾਣਿਆਂ ਦੇ ਵਿੱਚੋਂ ਬੀਜ ਦੀ ਜਗ੍ਹਾ ਹੀਰੇ ਅਤੇ ਸੁੱਚੇ ਮੋਤੀ ਨਿਕਲਦੇ ਆ, ਅਤੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਪਿੰਡ ਸੀ ਉਹ ਭਗਤ ਧੰਨਾ ਜੀ ਦੇ ਪਾਸ ਆਏ ਸੀ, ਅਤੇ ਧੰਨਾ ਜੀ ਨੂੰ ਕਹਿੰਦੇ ਸੀਗੇ ਕਿ ਤੁਸੀਂ ਸਾਨੂੰ ਹਦਵਾਣੇ ਦਿਓ, ਅਸੀਂ ਵੀ ਹਦਵਾਣੇ ਜਿਹੜੇ ਆ ਉਹ ਆਪਣੇ ਘਰਾਂ ਦੇ ਵਿੱਚ ਲੈ ਕੇ ਬੱਚਿਆਂ ਨੂੰ ਖਿਲਾਉਣੇ ਆ। ਫਿਰ ਭਗਤ ਜੀ ਕਹਿਣ ਲੱਗੇ ਕਿ ਜਿਵੇਂ ਤੁਹਾਡੀ ਇੱਛਾ ਹੈਗੀ ਆ ਲੈ ਜਾਓ। ਫਿਰ ਬਹੁਤ ਸਾਰੇ ਲੋਕ ਜਿਹੜੇ ਸੀ ਗੱਡੇ ਭਰ ਕੇ ਹਦਵਾਣੇ ਤੋੜ ਕੇ ਆਲੇ ਦੁਆਲੇ ਪਿੰਡਾਂ ਦੇ ਧੰਨਾ ਜੀ ਦੇ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਘਰਾਂ 'ਚ ਲੈ ਕੇ ਗਏ ਸੀ। ਪਰ ਜਦ ਘਰਾਂ 'ਚ ਲੈ ਕੇ ਗਏ ਸੀ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਇਹਨਾਂ ਨੇ ਹਦਵਾਣੇ ਕੱਟੇ ਸੀਗੇ, ਪਰ ਇਹਨਾਂ ਕੱਟੇ ਹਦਵਾਣਿਆਂ ਦੇ ਵਿੱਚੋਂ ਹਦਵਾਣੇ ਜਿਹੜੇ ਕੁਦਰਤੀ ਹਾਲਤ ਵਿੱਚ ਹੀ ਰਹੇ ਸੀਗੇ, ਇਹਨਾਂ ਹਦਵਾਣਿਆਂ ਦੇ ਵਿੱਚੋਂ ਫਿਰ ਬੀਜ ਦੀ ਜਗ੍ਹਾ ਸੁੱਚੇ ਮੋਤੀ ਹੀਰੇ ਨਹੀਂ ਸੀ ਬਣੇ। ਕੇਵਲ ਜਿਹੜੇ ਹਦਵਾਣੇ ਸੀਗੇ ਉਹ ਰਾਜੇ ਨੇ ਜਿਹੜੇ ਖਾਧੇ ਸੀ ਉਸ ਦੀ ਤਰ੍ਹਾਂ ਸ਼ਹਿਦ ਵਾਂਗੂ ਮਿੱਠੇ ਸੀਗੇ। ਪਰ ਬਾਕੀ ਜਿਹੜੇ ਦੋ ਸਾਂਝੀਦਾਰ ਸੀ ਉਹਨਾਂ ਨੇ ਜਿੰਨੇ ਵੀ ਹਦਵਾਣੇ ਘਰਾਂ ਦੇ ਵਿੱਚ ਲੈ ਕੇ ਗਏ ਸੀ, ਜਿੰਨੇ ਵੀ ਇਕੱਠੇ ਸੀ, ਸਾਰਿਆਂ ਦੇ ਵਿੱਚੋਂ ਹੀਰੇ ਨਿਕਲੇ ਸੀ। ਪਰ ਇਹ ਤਾਂ ਇੱਕ ਕੁਦਰਤੀ ਯਾਰੀ ਕਰਾਮਾਤ ਹੈ, ਕਿਉਂਕਿ ਇਹ ਜਿਹੜੇ ਦੋ ਸਾਂਝੀਦਾਰ ਸੀ ਇਹ ਧੰਨਾ ਜੀ ਦੇ ਨਾਲ ਸ਼ੁਰੂ ਤੋਂ ਰਹੇ ਅਤੇ ਧੰਨਾ ਜੀ ਦੇ ਪ੍ਰਤੀ ਸ਼ਰਧਾ ਅਤੇ ਪ੍ਰੇਮ ਰੱਖਦੇ ਸੀ, ਅਤੇ ਉਹਨਾਂ ਦਾ ਬਚਨ ਕਦੀ ਉਲਟਾਉਂਦੇ ਨਹੀਂ ਸੀ।
ਪਰ ਇਸ ਤੋਂ ਬਾਅਦ ਜਿਹੜੇ 4 ਸਾਂਝੀਦਾਰ ਧੰਨਾ ਜੀ ਦਾ ਖੇਤੀ ਤੋਂ ਸਾਥ ਛੱਡ ਗਏ ਸੀਗੇ, ਜਦ ਉਹਨਾਂ ਨੂੰ ਵੀ ਇਸ ਘਟਨਾ ਦਾ ਪਤਾ ਲੱਗਾ ਸੀਗਾ ਕਿ ਭਗਤ ਧੰਨਾ ਜੀ ਦੇ ਖੇਤਾਂ ਦੇ ਵਿੱਚ ਜਿਹੜੇ ਹਦਵਾਣੇ ਲੱਗੇ ਉਹਨਾਂ 'ਚੋਂ ਹੀਰੇ ਨਿਕਲਦੇ ਆ, ਜਦ ਉਹ ਵੀ ਹਦਵਾਣੇ ਤੋੜ ਕੇ ਆਪਣੇ ਘਰ ਲਗਾਏ ਸੀ, ਪਰ ਉਹਨਾਂ ਨੇ ਵੀ ਜਦ ਹਦਵਾਣੇ ਕੱਟੇ ਸੀ ਤੇ ਉਹਨਾਂ ਹਦਵਾਣਿਆਂ ਦੇ ਵਿੱਚੋਂ ਵੀ ਉਹਨਾਂ ਨੂੰ ਫਿਰ ਹੀਰੇ ਨਹੀਂ ਸੀ ਪ੍ਰਾਪਤ ਹੋਏ, ਕੇਵਲ ਹਦਵਾਣੇ ਕੁਦਰਤੀ ਹਾਲਤ ਦੇ ਵਿੱਚ ਮਿਲੇ ਸੀ ਤੇ ਲੇਕਿਨ ਸੀਗੇ ਜਿਹੜੇ ਸੀ ਉਹ ਅਤ ਸਵਾਦ। ਪਰ ਗੱਲ ਇੱਥੇ ਇਹ ਹੈਗੀ ਕਿ ਜੈਸੀ ਨੀਅਤ ਤੈਸੀ ਮੁਰਾਦ ਦਾ ਅਸੂਲ ਜਿਹੜਾ ਹੈਗਾ ਉਹ ਕੁਦਰਤ ਦਾ ਕੰਮ ਕਰਦਾ ਹੈਗਾ। ਜਿਨ੍ਹਾਂ ਨੇ ਪ੍ਰੇਮ ਸ਼ਰਧਾ ਭਗਤ ਧੰਨਾ ਜੀ ਦੇ ਬਣਾਈ ਸੀ, ਅਸਲ ਦੇ ਵਿੱਚ ਬੇੜੇ ਉਹਨਾਂ ਦੇ ਹੀ ਪਾਰ ਹੋਏ ਆ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈਗਾ ਕਿ ਸਾਧ ਸੰਗ ਕੁਛ ਨਾਹੀ ਘਾਲ, ਦਰਸ਼ਨ ਭੇਟਤ ਹੋਤ ਨਿਹਾਲ, ਕਿ ਸਾਧੂ ਦੇ ਸੰਗ ਰਹਿਣ ਦੇ ਨਾਲ ਕਹਿੰਦੇ ਕਿਸੇ ਚੀਜ਼ ਦੀ ਮਿਹਨਤ ਨਹੀਂ ਕਰਨੀ ਪੈਂਦੀ, ਮਿਹਨਤ ਤਾਂ ਪਰਮੇਸ਼ਰ ਆਪ ਹੀ ਕਰਦਾ ਹੈਗਾ। ਜਿਵੇਂ ਹਦਵਾਣਿਆਂ ਦੇ ਵਿੱਚ ਬੀਜ ਦੀ ਜਗ੍ਹਾ ਉਸੇ ਪਰਮੇਸ਼ਰ ਨੇ ਹੀਰੇ ਪੈਦਾ ਕਰ ਦਿੱਤੇ, ਪਰ ਜਿਨ੍ਹਾਂ ਦੀ ਸ਼ਰਧਾ ਅਤੇ ਪ੍ਰੇਮ ਧੰਨਾ ਜੀ ਨਾਲ ਬਣੀ ਸੀ ਉਹ ਜਿਹੜੇ ਸੀਗੇ ਉਹ ਉਸੇ ਟਾਈਮ ਉਹਨਾਂ ਟਾਈਮਾਂ ਦੇ ਵਿੱਚ ਵੱਡੇ ਜਗੀਰਦਾਰ ਬਣ ਗਏ ਸੀਗੇ, ਲੱਖਾਂਪਤੀ ਹੋ ਗਏ ਸੀਗੇ। ਪਰ ਜਿਨ੍ਹਾਂ ਦੀ ਸ਼ਰਧਾ ਧੰਨਾ ਜੀ ਦੇ ਪ੍ਰਤੀ ਸ਼ੰਕਾਵਾਦ ਸੀ ਕਿ ਜਿਉਂ ਕਹਿ ਲਓ ਕਿ ਧੰਨਾ ਜੀ ਨੂੰ ਇੱਕ ਸਧਾਰਨ ਪ੍ਰਾਣੀ ਜਿਹੜੇ ਸੀ ਉਹ ਸਮਝਦੇ ਸੀ ਉਹਨਾਂ ਟਾਈਮਾਂ ਦੇ ਵਿੱਚ, ਪਰ ਲਾਲਚ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ ਗੱਡਿਆਂ ਦੇ ਗੱਡੇ ਹਦਵਾਣੇ ਭਰ ਕੇ ਆਪਣੇ ਘਰਾਂ 'ਚ ਲੈ ਕੇ ਗਏ ਸੀ, ਜਿੰਨੇ ਵੀ ਹਦਵਾਣੇ ਕੱਟੇ ਸੀ ਤੇ ਲੇਕਿਨ ਉਹਨਾਂ ਨੂੰ ਜਿਹੋ ਜਿਹੀ ਉਹਨਾਂ ਦੀ ਨੀਤ ਸੀ ਉਹੋ ਜਿਹੀ ਮੁਰਾਦ ਉਹੋ ਜਿਹਾ ਫਲ ਹੀ ਉਹਨਾਂ ਨੂੰ ਪ੍ਰਾਪਤ ਹੋਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਭਗਤ ਧੰਨਾ ਜੀ ਦੇ ਜੀਵਨ ਦੇ ਅੰਦਰ ਇਹੋ ਜਿਹੀਆਂ ਜਿਹੜੀਆਂ ਅਦੁੱਤੀਆਂ ਘਟਨਾਵਾਂ ਹੈਗੀਆਂ, ਇਹ ਪਰਮੇਸ਼ਰ ਦਾ ਪ੍ਰੇਮ ਆ ਭਗਤ ਧੰਨਾ ਜੀ ਦੇ ਨਾਲ, ਐਸਾ ਪ੍ਰੇਮ ਆ ਜਿਸ ਨੂੰ ਗੁਰਬਾਣੀ ਨੇ ਆਖਿਆ ਹੈ ਕਿ ਗੋਬਿੰਦ ਭਉ ਭਗਤ ਦਾ ਭੁੱਖਾ, ਕਿਉਂਕਿ ਪਰਮੇਸ਼ਰ ਦਾ ਪ੍ਰੇਮਾ ਭਗਤੀ ਦਾ ਭੁੱਖਾ ਹੈਗਾ। ਤੇ ਭਗਤ ਧੰਨਾ ਜੀ ਦੇ ਮਨ ਦੇ ਅੰਦਰ ਜੀ ਇੱਕ ਤਾਂ ਭੋਲਾਪਨ, ਦੂਸਰਾ ਕੀ ਆ ਕਿ ਅਥਾਹ ਪ੍ਰੇਮ ਸੀ। ਜਿਉਂ ਕਹਿ ਦਿਓ ਕਿ ਭਗਤ ਧੰਨਾ ਜੀ ਪਰਮੇਸ਼ਰ ਦੇ ਪਿਆਰ ਦੇ ਵਿੱਚ ਪ੍ਰੇਮ ਦੇ ਸਮੁੰਦਰ ਸੀਗੇ ਜਿਹਦਾ ਕੋਈ ਵੀ ਅੰਤ ਨਹੀਂ ਸੀ। ਇਸੇ ਕਰਕੇ ਪਰਮੇਸ਼ਰ ਦੀ ਵਡਿਆਈ ਜਿਹੜੀ ਉਹ ਆਪਣੇ ਭਗਤਾਂ ਦੇ ਪ੍ਰਤੀ ਕੋਈ ਕਹਿ ਨਹੀਂ ਸਕਦਾ, ਲਿਖ ਨਹੀਂ ਸਕਦਾ, ਤੋਲ ਨਹੀਂ ਸਕਦਾ, ਬਿਆਨ ਨਹੀਂ ਕਰ ਸਕਦਾ। ਤੇ ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਭਗਤਾਂ ਦੇ ਮਨ ਦੇ ਅੰਦਰ ਸਦਾ ਵਿਗਾਸ ਖੇੜਾ ਹੁੰਦਾ ਹੈ ਤੇ ਉਹਨਾਂ ਦਾ ਨਾਮ ਸੁਣਦੇ ਸਾਰੇ ਦੁੱਖ ਪਾਪ ਜਿਹੜੇ ਉਹ ਨਸ ਜਾਂਦੇ ਆ। ਇਸੇ ਕਰਕੇ ਗੁਰਬਾਣੀ ਨੇ ਆਖਿਆ ਕਿ ਭਗਤਾਂ ਕੀ ਜਿਹੜੀ ਚਾਲ ਹੈਗੀ ਆ ਉਹ ਹਮੇਸ਼ਾ ਨਿਰਾਲੀ ਹੁੰਦੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਖਮ ਮਾਰ ਕੇ ਚੱਲਣਾ, ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਸੋ ਦਾਸ ਆਪ ਸਾਰੀਆਂ ਸੰਗਤਾਂ ਦੇ ਨਾਲ ਇਸੇ ਵਿਚਾਰ ਨੂੰ ਸਮੇਟਦਾ ਹੋਇਆ ਖਿਮਾ ਦਾ ਜਾਚਕ ਹੋਇਆ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।